सामने मौजूद है श्री गुरु ग्रंथ साहिब जी महाराज जी की पालकी साहिब, उन्हों का स्वरूप श्री गुरु ग्रंथ साहिब जी को सम्मान देगा। के राजन के राजा महाराजन के महाराजा, ऐसो राज छोड़ और दूजा कौन त्याई है। छत्रधारी छत्रपत छैल रूप छितनाथ छोणी कर छाया बार छतरी पत गाई है। विश्वनाथ विश्ववर वेदनाथ बालाकार बाजीकार बाणतारी बंधन बधाई है। न्योली कर्म दुधा तारी विद्यातर ब्रह्मचारी, ध्यान को लगावे नैक ध्यान हु ना पाई है। राजन के राजा महाराजन के महाराजा, ऐसो राज छोड़ और दूजा कौन त्याई है। गुरु ग्रंथ साहिब जी महाराज की यहाँ पे सवारी आई है और बड़ी श्रद्धा से बहुत अच्छा लगा। ये कैंप में पहली बार देखा हम लोग, अच्छा ऐसा कभी दिखा नहीं था हम लोगों ने। है सब जग पयो जय 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 सुरलोक। और ऐसे निशान साहिब ਦੀ ਬਦੌਲਤ ਅੱਜ ਕਹਿ ਲਓ ਕਿ ਭਾਰਤ ਦੇ ਵਿੱਚ ਜਿਹੜਾ ਤਿਰੰਗਾ ਝੰਡਾ ਵੀ ਹੈ ਉਹ ਝੂਲਦਾ ਹੈ। ਚਾਹੇ ਸਮੁੰਦਰ ਦੇ ਵਿੱਚ ਉਫਾਨ ਆਇਆ ਹੋਵੇ, ਤੂਫਾਨ ਆਇਆ ਹੋਵੇ, ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੇ ਮੋਢੇ ਦੇ ਨਾਲ ਸਹਾਰਾ ਦੇ ਕੇ ਤੁਹਾਡੇ ਡੁੱਬਦੇ ਹੋਏ ਬੇੜੇ ਨੂੰ ਵੀ ਪਾਰ ਲਗਾ ਸਕਦੇ ਹਨ। और उन्होंने अपनी कबूल कर लिया तलवार चलाना अपनी गर्दन के ऊपर, तो ये देश की सभ्यता उस वक्त बच गई। नहीं तो कहते हैं कि छाए जाती एकता अनेकता बिलाई जाती, होवत कुचीलता कतेबन कुरान की, पाप ही परपक जाते और धर्म धसक जाते और वर्ण गरक जाते सहत विधान की। कोई राजा महाराजा आया करता था, कोई योद्धा आया करता था, तो उसके सम्मान में ये बिगल बजा करती थी, जो आज भी अभी ऑफिसर्स ने हाथ में पकड़ी हुई है। तो इसके बारे में सर थोड़ा सा बताइए। श्री गुरु तेग बहादुर जी शहीदी दिवस दिहाड़ा जी, तो तैयारी बहुत की जी, सारे ने काफ़ी दिन हो गए प्रैक्टिस करते करते। ਤੇ ਇਹ ਰਿਸਪੈਕਟ ਜਿਹੜੀ ਹੁੰਦੀ ਹੈ ਉਹ ਕੋਈ ਆਦਰ ਜਿਹੜਾ ਹੁੰਦਾ ਨਾ, ਇੱਕ ਰਿਸਪੈਕਟ ਹੁੰਦਾ ਹੈ, ਉਹ ਉਹਨਾਂ ਨੂੰ ਦਿੱਤੀ ਜਾਂਦੀ ਹੈ ਜੋ VIP ਜਾਂ ਮਾਨੀ ਹੁੰਦੇ ਆ। ਤੇ ਗੁਰੂ ਗ੍ਰੰਥ ਸਾਹਿਬ ਤਾਂ ਸਾਡੇ ਤੋਂ ਵੱਧ ਕਹਿੰਦੇ ਤੋਂ ਵੱਧ ਕੇ ਸਾਡੇ ਵਾਸਤੇ ਕੋਈ ਚੀਜ਼ ਨਹੀਂ ਹੈਗੀ। ਕਹਿੰਦੇ ਜੇ ਘਰ ਦੇ ਵਿੱਚ ਤੁਹਾਡੇ ਕਮੀ ਹੈ, ਸਰੀਰ ਦੇ ਵਿੱਚ ਤਕਲੀਫਾਂ ਹਨ, ਧੱਕੇ ਮਾਰ ਮਾਰ ਕੇ ਕਹਿੰਦੇ ਦੌਲਤ ਤੁਹਾਡੇ ਘਰ ਦੇ ਵਿੱਚ ਆ ਜਾਏਗੀ, ਜੇਕਰ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਸੱਚੇ ਮਨ ਦੇ ਨਾਲ, ਨਿਮਰਤਾ ਦੇ ਨਾਲ, ਨਿਮਾਣਾ ਬਣ ਕੇ ਨਾਲ ਇੱਕ ਵਾਰੀ ਤੇ ਆਓਗੇ। ਤੁਸੀਂ ਵੇਖ ਰਹੇ ਹੋ ਨਾਰਥ ਵੈਸਟ ਸੈਕਟਰ CRPF ਜੋ ਚੰਡੀਗੜ੍ਹ ਦੇ ਵਿੱਚ ਹੈ। ਗੇਟ ਨੰਬਰ 1 ਤੋਂ ਐਂਟਰੀ ਕਰਵਾਈ ਜਾ ਰਹੀ ਹੈ। ਇੱਥੇ ਵੈਸੇ ਸਿਵਿਲੀਅਨਸ ਦੀ ਐਂਟਰੀ ਬਿਲਕੁਲ ਬੈਨ ਹੁੰਦੀ ਹੈ, ਲੇਕਿਨ ਆਪਣੀ ਅਕੀਦਤ ਪੇਸ਼ ਕਰਦੇ ਹੋਏ ਇਸ ਵਕਤ ਤੁਸੀਂ ਵੇਖ ਰਹੇ ਹੋ ਪਾਲਕੀ ਸਾਹਿਬ ਦੀ ਐਂਟਰੀ ਹੋ ਰਹੀ ਹੈ ਔਰ ਸਲਾਮੀ ਦਿੰਦੇ ਹੋਏ ਸਾਰੇ ਹੀ ਆਫੀਸਰਸ। ਸਾਹਮਣੇ ਤਸਵੀਰ ਵੇਖੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਲਕੀ ਸਾਹਿਬ ਦੀ ਐਂਟਰੀ ਜਿਹੜੀ ਹੈ ਉਹ ਇਸ ਵਕਤ ਹੁੰਦੀ ਹੋਈ CRPF ਕੈਂਪ ਦੇ ਵਿੱਚ। ਸੋ ਅੱਗੇ ਚੱਲ ਕੇ ਤੁਹਾਨੂੰ ਤਸਵੀਰਾਂ ਵਿਖਾਉਂਦੇ ਹਾਂ ਕਿ ਕੀ ਕੁਛ ਇੱਥੇ ਜਿਹੜੀ ਤਿਆਰੀ ਕੀਤੀ ਗਈ ਹੈ CRPF ਦੇ ਜਿਹੜੇ ਆਫੀਸਰਸ ਨੇ ਉਹਨਾਂ ਵੱਲੋਂ। ਇਸ ਵਕਤ ਪਾਲਕੀ ਸਾਹਿਬ ਪਹੁੰਚ ਚੁੱਕੀ ਹੈ CRPF ਕੈਂਪ ਚੰਡੀਗੜ੍ਹ ਦੇ ਵਿੱਚ, ਜਿੱਥੇ ਹੁਣ ਤੁਸੀਂ ਵੇਖੋ ਤਿਆਰ ਬਾਰ ਤਿਆਰ ਜਿਹੜੀ ਸਾਡੀ CRPF ਫੌਜ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਫੌਜ ਸਾਜੀ ਸੀ ਔਰ ਇਸ ਦੇਸ਼ ਦੀ ਸੱਭਿਅਤਾ ਨੂੰ ਬਚਾਇਆ। ਔਰ ਹੁਣ ਜਿਹੜੇ ਤਿਆਰ ਬਾਰ ਤਿਆਰ ਤੁਸੀਂ ਵੇਖ ਰਹੇ ਹੋ ਆਫੀਸਰਸ ਨੇ, ਤੇ ਉਹਨਾਂ ਵੱਲੋਂ ਹੁਣ ਸਲਾਮੀ ਵੀ ਦਿੱਤੀ ਜਾਵੇਗੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ। ਤੁਸੀਂ ਵੇਖੋ ਕਿੱਦਾਂ ਪੂਰੇ ਤਿਆਰ ਬਾਰ ਤਿਆਰ। श्री गुरु ग्रंथ साहिब जी को सम्मान देगा। वो रुक जाए एक मिनट रुक जाए। सम्मान ਸੋ ਇਸ ਵਕਤ ਤੁਸੀਂ ਵੇਖ ਰਹੇ ਹੋ ਸਾਹਮਣੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਜਿਹੜੀ ਪਾਲਕੀ ਸਾਹਿਬ ਸੁਸ਼ੋਭਿਤ ਹੈ ਔਰ ਇੱਧਰ ਆਫੀਸਰਸ ਨੇ ਜਿਹੜੀ ਆਪਣੀ ਅਕੀਦਤ, ਆਪਣੀ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਨੇ। ਜਿਹੜਾ ਉਹਨਾਂ ਦਾ ਤਰੀਕਾ ਹੁੰਦਾ ਹੈ, ਜਿਹੜੇ ਉਹਨਾਂ ਦੇ ਕਮਾਂਡਿੰਗ ਦਾ ਤਰੀਕਾ ਹੁੰਦਾ ਹੈ, ਤਿਆਰ ਬਾਰ ਤਿਆਰ ਇਸ ਵਕਤ ਫੌਜ ਖੜੀ ਹੈ ਔਰ ਸਾਹਮਣੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਬਾਬਤ ਕਿਹਾ ਜਾਂਦਾ ਹੈ ਕਿ ਰਾਜਨ ਕੇ ਰਾਜਾ महाराजन के महाराजा, ऐसो राज छोड़ और दूजा कौन त्याई है। छत्रधारी छत्रपत छैल रूप छितनाथ छोणी कर छाया बार छतरी पत गाई है। विश्वनाथ विश्ववर वेदनाथ बालाकार बाजीकार बाणतारी बंधन बधाई है। न्योली कर्म दुधा तारी विद्यातर ब्रह्मचारी, ध्यान को लगावे नैक ध्यान हु ना पाई है। राजन के राजा
महाराजन के महाराजा ऐसो राज छोड़ और दूजा कौन त्याई है, ऐसो राज छोड़ और दूजा कौन त्याई है। सो इस वक्त तस्वीरां आप जी वेख रहे हो और सारे ही परिवार CRPF कैंप के सारे ही परिवार और अपनी अज अकीदत पेश करते हुए सिविलियंस की वैसे नॉर्मल डेज़ ਦੇ ਇੱਥੇ एंट्री बिल्कुल बैन ਹੁੰਦੀ है लेकिन ਇੱਥੇ ਸਿੰਘ ਸਾਹਿਬ भी मौजूद ने। सर ਅਸੀਂ नॉर्मल डेज़ ਦੇ ਵਿੱਚ ਵੇਖ ਰਹੇ ਹਾਂ सिविलियंस की एंट्री ਇੱਥੇ बिल्कुल बैन ਹੁੰਦੀ है। कोई ਇੱਥੇ ਜਿਹੜੀ फौज है बिल्कुल उनका पैरा बिल्कुल सख्त ਹੁੰਦਾ है लेकिन ਸਾਹਿਬ श्री गुरु ग्रंथ ਸਾਹਿਬ जी महाराज जी की ਜਦੋਂ पालकी साहिब आती है ਤੁਸੀਂ ਸਾਰੇ बड़े प्रेम ਦੇ ਨਾਲ ਅਸੀਂ ਹਰ ਸਾਲ ਵੇਖਦੇ ਹਾਂ ਆਪਣੀ ਅਕੀਦਤ ਆਪਣੀ ਸ਼ਰਧਾ ਪੇਸ਼ ਕਰਦੇ ਹੋ। हाँ जी ਤੇ ਤਕਰੀਬਨ 2008 ਤੋਂ ਲਗਾਤਾਰ ਇੱਥੇ ਹਮੇਸ਼ਾ ਹੀ ਗੁਰੂ ਸਾਹਿਬ ਦੀ ਸਵਾਰੀ ਨੂੰ ਸਨਮਾਨ ਦਿੱਤਾ ਜਾਂਦਾ ਹੈ, ਇੱਥੇ ਸਲਾਮੀ ਦਿੱਤੀ ਜਾਂਦੀ ਹੈ। ਇਹ 3 ਸਾਲ ਤੋਂ ਇਹ ਸਾਰੀ ਯਾਤਰਾ ਅੰਦਰ ਆ ਰਹੀ ਹੈ ਤਾਂ ਕਿ ਗੇਟ ਦੇ ਬਾਹਰ ਟ੍ਰੈਫਿਕ ਜ਼ਿਆਦਾ ਜਾਮ ਹੋ ਰਿਹਾ ਸੀਗਾ, ਇਸੇ ਕਰਕੇ ਅੰਦਰ ਇੱਥੇ ਚਾਹ ਪਾਣੀ ਦਾ ਲੰਗਰ ਪੜਾ ਰਹਿੰਦਾ, ਇਸ ਕਰਕੇ ਸਨਮਾਨ ਤਰੀਕੇ ਦੇ ਨਾਲ ਸਲਾਮੀ ਦਿੱਤੇ ਜਾਂਦੇ ਇੱਥੇ ਸਰ ਜੀ। ਔਰ ਹੱਥਾਂ ਦੇ ਵਿੱਚ ਫੁੱਲ ਲੈ ਕੇ ਦੇਖੋ ਅੱਗੇ ਫੁੱਲਾਂ ਦੀ ਵਰਖਾ ਹੋ ਰਹੀ ਹੈ। ਮੈਂ ਇੱਕ ਵਾਰੀ ਜ਼ਰੂਰ ਤਸਵੀਰ ਤੁਹਾਨੂੰ ਵਿਖਾਣੀ ਚਾਹਾਂਗਾ। ਆਪਾਂ ਉਸ ਸਾਈਡ ਚੱਲ ਕੇ ਤੁਹਾਨੂੰ ਤਸਵੀਰ ਜ਼ਰੂਰ ਵਿਖਾਈਏ। ਔਰ ਲੰਗਰ ਦਾ ਵੀ ਪੂਰਾ ਪ੍ਰਬੰਧ ਕੀਤਾ ਹੁੰਦਾ ਹੈ ਤਾਂ ਕਿ ਸੰਗਤ ਦੀ ਵੱਧ ਤੋਂ ਵੱਧ ਸੇਵਾ ਹੋ ਸਕੇ। ਔਰ ਬੜੇ ਸੋਹਣੇ ਲੱਗਦੇ ਨੇ ਸਾਡੇ ਆਫੀਸਰਸ, ਜਿਹੜੀਆਂ ਟੋਪੀਆਂ ਦੇ ਉੱਤੇ ਕਲਗੀਆਂ ਵੀ ਲੱਗੀਆਂ ਹੋਈਆਂ ਹਨ। ਔਰ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 9 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਨੂੰ ਨਾ ਭੇਜਦੇ, ਇਹ ਕਹਿ ਕੇ ਕਿ ਗੁਰੂ ਸਾਹਿਬ ਮੈਂ ਯਤੀਮ ਹੋਣਾ ਕਬੂਲ ਕਰਦਾ ਹਾਂ ਲੇਕਿਨ ਮੈਂ ਇਸ ਪੂਰੇ ਦੇਸ਼ ਦੇ ਬੱਚਿਆਂ ਨੂੰ ਯਤੀਮ ਨਹੀਂ ਦੇਖ ਸਕਦਾ, ਤਾਂ ਸ਼ਾਇਦ ਇਸ ਦੇਸ਼ ਦਾ ਇਹ ਹਾਲ ਨਾ ਹੁੰਦਾ। ਉਹ 9 ਸਾਲ ਦੇ ਬਾਲਕ ਗੁਰੂ ਗੋਬਿੰਦ ਰਾਏ ਜੀ ਨੇ ਉਸ ਵਕਤ ਆਪਣੇ ਪਿਤਾ ਜੀ ਨੂੰ ਭੇਜਿਆ ਸੀ ਕਿ ਪਿਤਾ ਜੀ ਜਾਓ, ਇਸ ਵਕਤ ਤੁਹਾਡੇ ਤੋਂ ਵੱਡਾ ਮਹਾਂਪੁਰਖ ਕੌਣ ਹੈ, ਇਸ ਵਕਤ ਇਸ ਦੇਸ਼ ਨੂੰ ਤੁਹਾਡੀ ਸ਼ਹਾਦਤ ਦੀ ਲੋੜ ਹੈ। ਤੇ ਇਹ ਸਿਰਾਂ ਦੇ ਉੱਤੇ ਜਿਹੜੀਆਂ ਟੋਪੀਆਂ ਸਜੀਆਂ ਹੋਈਆਂ ਹਨ ਬਹੁਤ ਸੋਹਣੇ ਲੱਗਦੇ ਨੇ ਸਾਡੇ ਆਫੀਸਰਸ। ਤੁਸੀਂ ਵੇਖੋ ਇੱਕ ਵਾਰੀ ਮੈਂ ਜ਼ਰੂਰ ਆਪਣੇ ਕੈਮਰਾਮੈਨ ਵੀਰ ਨੂੰ ਕਹਾਂਗਾ ਕਿ ਬਹੁਤ ਸੋਹਣੇ, ਇੱਕ ਵੱਖਰੀ ਸ਼ਾਨ ਸਾਡੇ ऑफिसर्स दी। सर बहुत आप मैं कह लूँगा मेरे पास शब्द नहीं होते। मैं देखता हूँ ऐसी ही आर्मी पूरी दुनिया में आर्मीज़ होती हैं लेकिन जो इंडियन आर्मी है, जो CRPF है, उनकी जो ड्रेस है, उनकी जो कलगी है, कैसा लगता है आपको? बहुत अच्छा लगता है सर, गौरव है हमें इस पर, अपनी उस पर वर्दी पे भी और देश की। और जो ऐसे बाबा के आज दर्शन हुए, इससे अच्छा हमारे लिए कुछ है ही नहीं है। गौरव है हमें इस बात पे कि हम भारत की रक्षा कर रहे हैं और देश के लिए अपने प्राण न्यौछावर करने के लिए हर तत्पर रहते हैं। और जब भी बाबे आएंगे सत नमन करते हैं बाबा को जी। और हमारी दिल से आप सबके लिए दुआएं हैं जी, बहुत अच्छे लगते हैं। और मैं ज़रूर ਜਿਹੜੇ ਸਲਾਮੀ ਦਿੰਦੇ ਆ, ਦੇਖੋ ਤੁਸੀਂ ਇੱਧਰ ਜਿਹੜੇ ਸਾਡੇ CRPF ਦੇ ਆਫੀਸਰਸ ਨੇ ਉਹ ਫੋਟੋਗ੍ਰਾਫਸ ਵੀ ਕਲਿੱਕ ਕਰ ਰਹੇ ਆ ਤਾਂ ਕਿ ਇਹ ਯਾਦਗਾਰ ਜਿਹੜੀ ਹੈ ਉਹਨੂੰ ਬਰਕਰਾਰ ਰੱਖਿਆ ਜਾਵੇ। ਔਰ ਸਰੋਪੇ ਪਾ ਕੇ ਸਰੋਪਾਓ ਦੇ ਕੇ ਇੱਥੇ ਆਰਮੀ ਆਫੀਸਰਸ ਨੂੰ ਵੀ ਸਰੋਪਾਓ ਦਿੱਤੇ ਜਾ ਰਹੇ ਹਨ। ਔਰ ਪੰਜ ਪਿਆਰੇ ਇਸ ਵਕਤ ਪੂਰੇ ਦੇ ਪੂਰੇ ਤਿਆਰ ਬਾਰ ਤਿਆਰ ਕਰ ਨਿਦ ਆਵੇ ਤਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਗੁਰ ਤੇਗ ਬਹਾਦਰ ਸਿਮਰਿਐ, ਗੁਰ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ ਕਰ ਨੌ ਨਿਦ ਆਵੇ ਤਾਏ, ਸਭ ਥਾਈ ਹੋਏ ਸਹਾਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹਨ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਤੁਸੀਂ ਕਿਤੇ ਵੀ ਚੇਤੇ ਕਰ ਲਓ, ਚਾਹੇ ਸਮੁੰਦਰ ਦੇ ਵਿੱਚ ਤੂਫਾਨ ਆਇਆ ਹੋਵੇ, ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੇ ਮੋਢੇ ਦੇ ਨਾਲ ਸਹਾਰਾ ਦੇ ਕੇ ਤੁਹਾਡੇ ਡੁੱਬਦੇ ਹੋਏ ਬੇੜੇ ਨੂੰ ਵੀ ਪਾਰ ਲਗਾ ਸਕਦੇ ਹਨ। ਤੇ ਜਿੱਥੇ ਵੀ ਤੁਸੀਂ ਯਾਦ ਕਰੋਗੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਜੇ ਘਰ ਦੇ ਵਿੱਚ ਤੁਹਾਡੇ ਕਮੀ ਹੈ, ਸਰੀਰ ਦੇ ਵਿੱਚ ਤਕਲੀਫਾਂ ਹਨ, ਧੱਕੇ ਮਾਰ ਕੇ ਕਹਿੰਦੇ ਦੌਲਤ ਤੁਹਾਡੇ ਘਰ ਦੇ ਵਿੱਚ ਆ ਜਾਏਗੀ ਜੇਕਰ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਸੱਚੇ ਮਨ ਦੇ ਨਾਲ, ਨਿਮਰਤਾ ਦੇ ਨਾਲ, ਨਿਮਾਣਾ ਬਣ ਕੇ ਨਾਲ ਇੱਕ ਵਾਰੀ ਤੇ ਆਓਗੇ। ਸੋ ਤਸਵੀਰਾਂ ਇਸ ਵਕਤ ਵੇਖ ਰਹੇ ਹੋ ਤੁਸੀਂ, ਸ਼ਰਧਾ ਦਾ ਉਫਾਨ ਆਇਆ ਹੋਇਆ ਔਰ ਇਹੀ ਜੋ ਨਿਮਾਣਾਪਣ ਹੈ ਸਾਨੂੰ ਨਜ਼ਰ ਆ ਰਿਹਾ ਹੈ CRPF कैंप चंडीगढ़ ਦੇ ਵਿੱਚ ਜਿੱਥੇ ਚੇਟਕ ਕੀਏ ਕੋ ਕਾਜਾ, ਪ੍ਰਭ ਲੋਗਨ ਕਹਿ ਆਵਤ ਲਾਜਾ। ਠੀਕਰ ਭੋਰ ਦਲੀਸ ਸਿਰ, ਪ੍ਰਭ ਪੁਰ ਕੀਆ ਬਿਆਨ। ਤੇਗ ਬਹਾਦਰ ਸੀ ਕਿਰਿਆ, ਕਰੀ ਨ ਕਿਨੂ ਆਣ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ। ਹੈ ਸਭ ਜਗ ਪਇਓ ਜੈ 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 ਸੁਰਲੋਕ। ਹੈ ਸਭ ਜਗ ਪਇਓ ਜੈ 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 ਸੁਰਲੋਕ। ਸੋ ਨਿੱਕੇ ਨਿੱਕੇ ਬੱਚੇ ਵੀ ਦੇਖੋ ਤਿਆਰ ਹੋ ਕੇ ਪਹੁੰਚੇ ਹੋਏ ਹਨ ਕਿ ਅਸੀਂ ਆਪਣੀ
ਜਿਹੜੀ ਅਕੀਦਤ ਹੈ ਆਪਣੀ ਸ਼ਰਧਾ ਦੇ ਫੁੱਲ ਭੇਟ करिए। और सर मैं आपसे ज़रूर बात करना चाहूँगा, आप मुझे लगते हैं आप कहाँ से हैं? मैं आसाम के। असम से, हाँ मुझे लग रहा था। सर आप प्लीज़ बताएं, जैसे अभी मैं ऑफिसर से बात कर रहा था कि आपकी जो ड्रेस है ये कलगी लगी है, बहुत स्मार्ट लगते हैं आप, है ना। पूरी दुनिया में वैसे तो आर्मी होती है, ऑफिसर्स होते हैं, लेकिन जो ये बख्शिश, ये पुरानी हमारी चली आ रही सभ्यता, आपको कैसे लगता है? जैसे अभी गुरु ग्रंथ साहिब जी महाराज की यहाँ पे सवारी आई है और बड़े श्रद्धा से। बहुत अच्छा लगा ये कैंप में पहली बार देखा हम लोग, अच्छा, ऐसा कभी दिखा नहीं था हम लोगों ने। अच्छा। पहली बार देखा, अच्छा लगा, ठीक है, बहुत सुंदर लगा। जो हमारे आपको मिला जी पूरा अपना कैंप वाले को। जी 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 अपना इनकी हिस्ट्री भी ज़रूर करना, ये कि क्या किस वजह से होती है, शीश मार्ग यात्रा है, ये किस वजह से होती है, तो आप ये इसके बारे में ज़रूर पढ़ना। औरंगज़ेब था, आपने शायद पता होगा, तो औरंगज़ेब ने ये फतवा जारी कर दिया था कि भारत में कोई और रिलीजन नहीं होगा, सिर्फ एक मुस्लिम ही होंगे। अच्छा अच्छा। तो वो जो हिंदू भाई थे, उनके जो लीडर थे वो आए थे फिर गुरु तेग बहादुर जी के पास, क्योंकि उन्होंने पहले कई जगह गए, वो राजे महाराजाओं के पास गए, तो कहीं उनकी बात बन नहीं रही थी, तो वो गुरु तेग बहादुर जी के पास आए, तो उन्होंने अपना मसला सुनाया। तो गुरु जी ने कहा कि आपका भारत का जो ये धर्म है तभी बच सकता है अगर कोई महापुरुष अपनी शहादत दे, यानी कि अपना सेक्रीफाइस दे, तभी ये रुक सकती है जो औरंगज़ेब की तलवार है। तो उन्होंने अपना ये सेक्रीफाइस दिया और औरंगज़ेब को ये शर्त रखी थी कि अगर हम मुसलमान बन गए तो पूरा भारत अपने आप मुसलमान बन जाएगा, तो आपको कुछ एक्स्ट्रा एफर्ट नहीं करने पड़ेंगे, तलवार नहीं चलानी पड़ेगी, अपने आप बन जाएंगे। वो बने नहीं थे और उन्होंने अपने कबूल कर लिया तलवार चलाना अपनी गर्दन के ऊपर, तो ये देश की सभ्यता उस वक्त बच गई। नहीं तो कहते हैं कि छाए जाती एकता, अनेकता बिलाई जाती, होवत कुचील तक तेबन कुरान की, पाप ही परपक जाते और धर्म धसक जाते और वर्ण गरक जाते सहत विधान की, देवी देव देहरे संतोख सिंह दूर होते और रीत मिट जाती कथा बेदन पुराण की, श्री गुरु गोबिंद सिंह पावन परमसूर, मूर्त न होती जो पे करुणा निधान की। उनकी जो करुणा भरी दृष्टि अगर ना होती तो शायद इस देश का ये हाल ना होता। तो हमें बहुत अच्छा लगता है और हमें गर्व है सर आप सब पे। आप कुछ कहना चाहते हैं आप? मैं तो कहना चाहता हूँ, हमको पहली बार मिला जैसे देखने को, अच्छा लगा मुझे, हमारा कैंप में स्वागत मिला हमारा कैंप वाला को जी। और हमारी दिल से दुआएं हैं। हम आपको पता है जब सिख एक अरदास करता है, हम जब प्रेयर करते हैं ना, हम पता क्या बोलते हैं? नानक नाम चढ़दी कला तेरे भाणे सरबत दा भला, कि सबका ही भला हो, हमारा भला ना हो, सबका ही भला हो ना। थैंक यू सो मच सर। सो बड़े बहुत खुशी महसूस होती है जो इदा के ऑफिसर सानू मिलते हैं और ऑफिसर सलामी दे रहे सी। मैं सर मैं जो सलामी दे रहे हैं सर, उनसे मैं बात कर सकता हूँ अभी? अभी नहीं वो, अभी नहीं। ठीक है जी, क्योंकि अपनी मर्यादा होती है ना, फौज की भी अपनी मर्यादा होती है। अच्छा सलूट दे देंगे, जब संपूर्णता हो जाएगी फिर उसके बाद बात कर सकते हैं। सर आप थोड़ा सा इतना बता दीजिए, क्योंकि मैं बात कर रहा था, हमें बड़ा गर्व महसूस होता है। सर आप जब ये पालकी साहिब यहाँ पे आती है, क्योंकि वैसे सिविलियंस की यहाँ पे एंट्री नहीं होती, लेकिन जब भी पालकी साहिब आती है तो मैं देखता हूँ पूरी श्रद्धा भरी होती है, सारे परिवार आप सभी इकट्ठे मिलके, आप ये नहीं देखते कि ये कोई ड्यूटी है, आप एक अपना श्रद्धा व्यक्त कर रहे होते हैं, प्रेम से भरे हुए होते हैं ना। ये सब प्रेम का और आपसी भाईचारे का है। हम लोग फौज में जो रहते हैं सभी लोगों का ना आपस में बाउंडिंग होती है, तो हम जब भी कोई ऐसी चीज़ें आते हैं तो सभी मिलजुल करके सभी बड़े गर्व और जोश के साथ भाग लेते हैं सभी चीज़ों के अंदर जी। और मैं देख रहा हूँ आपके परिवार भी यहाँ पे मौजूद होते हैं जी, हमारे परिवार के सभी सदस्य जो फैमिली क्वार्टर्स हैं सभी लोग रहते हैं जी। ठीक है सर, तो हमें दिल से दुआएं सर आप इस तरीके से चढ़दी कला 'ਚ ਤੁਸੀਂ ਰਹੋ। ਤੇ ਅੱਛਾ ਇੱਕ ਹੋਰ ਦੇਖੋ ਤੁਸੀਂ ਇੱਥੇ ਤਾਂ ਵੈਸੇ ਸਾਰੇ ਹੀ ਲੋਕੀ ਹੈਗੇ, ਤੁਸੀਂ ਇੱਥੇ ਰਹਿੰਦੇ ਹੋ ਜੀ CRPF? ਹਾਂਜੀ ਹਾਂਜੀ ਸੀਆਰਪੀ। ਤੇ ਤੁਸੀਂ ਦੱਸੋ ਜੀ ਜਿੱਦਾਂ ਅੰਦਰ ਦਾ ਕਿੱਦਾਂ ਦਾ ਮਾਹੌਲ ਹੈ? ਬੜਾ ਇੱਥੇ ਦਾ ਜਦੋਂ ਅਸੀਂ ਆਉਂਦੇ ਹਾਂ ਬਹੁਤ ਵਧੀਆ ਲੱਗਦਾ ਜੀ, ਸੱਚੇ ਪਾਤਸ਼ਾਹ ਦੀ ਸਾਰੇ ਬਹੁਤ ਇਕੱਠੇ ਹੋ ਕੇ ਰਹਿੰਦੇ ਹੋ? ਹਾਂਜੀ ਇਕੱਠੇ ਹੋ ਕੇ ਰਹਿੰਦੇ ਜੀ ਸਾਰੇ। ਸੋ ਪੰਜ ਪਿਆਰੇ ਸਾਹਿਬਾਨ ਆ ਗਏ ਨੇ, ਅੱਗੇ ਆ ਜਾਓ ਥੋੜਾ ਜਿਹਾ ਤਾਂ ਕਿ ਸੰਗਤ ਵੀ ਦਰਸ਼ਨ ਕਰੇ ਪੰਜ ਪਿਆਰੇ ਸਾਹਿਬਾਨਾਂ ਦੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਖਦੇ ਹਨ ਕਿ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸਾ ਮੇਰਾ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਔਰ ਉਹੀ ਖਾਲਸਾਈ ਰੂਪ ਦਸਤਾਰੇ ਸਜੇ ਹੋਏ, ਖੰਡੇ ਲੱਗੇ ਹੋਏ ਔਰ ਨਿਸ਼ਾਨ ਸਾਹਿਬ ਹੱਥਾਂ ਦੇ ਵਿੱਚ, ਔਰ ਇਸੇ ਨਿਸ਼ਾਨ ਸਾਹਿਬ ਦੀ ਬਦੌਲਤ ਅੱਜ ਕਹਿ ਲਓ ਕਿ ਭਾਰਤ ਦੇ ਵਿੱਚ ਜਿਹੜਾ ਤਿਰੰਗਾ ਝੰਡਾ ਵੀ ਹੈ ਉਹ ਝੂਲਦਾ ਹੈ। ਔਰ ਤੁਸੀਂ ਇੱਧਰ ਦੇਖੋ, ਤੁਸੀਂ ਆਫੀਸਰਸ CRPF, ਕਿਆ ਬਾਤ ਹੈ, ਦੇਖ ਕੇ ਹੀ ਜੋਸ਼ ਆ ਜਾਂਦਾ। ਤੁਸੀਂ ਦੇਖੋ ਤਿਆਰ ਬਾਰ ਤਿਆਰ, ਕਮਰ ਕੱਸੇ ਕੀਤੇ ਹੋਏ। ਨਾਲ ਆ ਜਾਓ, ਮੈਂ ਚਾਹੁੰਦਾ ਵੀ ਤਸਵੀਰਾਂ ਆਪਾਂ ਕਲੋਜ਼ ਤੋਂ ਦਿਖਾਈਏ। ਦਸਤਾਰਾਂ ਸਜੀਆਂ ਹੋਈਆਂ ਸਿਰਾਂ 'ਤੇ, ਰਾਈਫਲਸ ਇਹਨਾਂ ਦੇ ਹੱਥ ਦੇ ਵਿੱਚ, ਔਰ ਬਿਗਲ ਜਿਹਨੂੰ
ਉਰਦੂ ਦੇ ਵਿੱਚ ਹਿੰਦੀ ਦੇ ਵਿੱਚ ਕਹਿੰਦੇ ਸੀ ਸਲਾਮੀ ਦੇਣੀ ਹੁੰਦੀ ਸੀ ਤਾਂ ਇਹ ਵੱਜਿਆ ਕਰਦੀ ਸੀ, ਜਾਂ ਫਿਰ ਜਦੋਂ ਜੰਗ ਹੁੰਦੇ ਸੀ। ਔਰ ਹੁਣ ਵੀ ਜਦੋਂ ਸਲਾਮੀ ਦਿੱਤੀ ਜਾਏਗੀ ਤਾਂ ਇਹ ਵਿਗਲ ਵੱਜੇਗੀ। ਜਦੋਂ ਤੁਹਾਡੇ ਸਾਹਮਣੇ ਕੋਈ ਵੱਡਾ ਖੜਾ ਹੋਵੇ, ਕੋਈ ਅਫੀਸਰ ਖੜਾ ਹੋਵੇ, ਕੋਈ ਰਾਜਾ ਖੜਾ ਹੋਵੇ, ਉਹਨਾਂ ਨੂੰ ਹੀ ਇਹ ਸਲਾਮੀਆਂ ਦਿੱਤੀ ਜਾਂਦੀ ਸੀਗੀਆਂ ਬਿਗਲ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਆਲਾ ਅਧਿਕਾਰੀ ਇੱਥੇ ऑफिसर्स भी मौजूद ने। सर मैं ये बात मैं बाइट नहीं दे सकता। अच्छा जी। यही सर दे सकते हैं, मेरे पर ठीक है सर, प्रोटोकॉल से ऊपर है। ठीक है सर, नो प्रॉब्लम सर, लेकिन आपकी श्रद्धा को हमारा सलाम है सर जी। मेरे नाल इस वक्त बड़े अधिकारी CRPF के मौजूद हैं। सर हमारा सिजदा आपको जिस तरीके की आपकी श्रद्धा होती है, हम जब भी देखते हैं जितने भी आपके अधिकारी हैं वो पूरे तैयार बर तैयार होकर, और चाहे पालकी साहिब को थोड़ा टाइम लग जाए, कभी संगत लेट फेट हो जाती है, लेकिन आप हमेशा पूरे टाइम पे और टाइम से पहले यहाँ पे मैं देखता हूँ इंतज़ार कर रहे होते हैं गेट पे खड़े होकर। सर जब भी शीश मार्ग यात्रा आती है, आप इसके बारे में क्या आपके जज्बात होते हैं? ये देखिए, सबसे पहले तो बहुत ही श्रद्धा और आस्था का विषय है, और वो मन से जब आता है तो कार्य अपने आप हो जाते हैं। तो वही श्रद्धा हमें एनकरेज करती है, हमें बल देती है कि हम समय पे सारे काम करें, मुस्तैदी से खड़े रहें जी, और सेवा करें जी। और सर मैं जो आपके जो ऑफिसर्स भी हैं ये भी तब से खड़े हैं, और मैं देखता हूँ उनके पास वो राइफल्स तो होती हैं, लेकिन एक बिगल भी होता है। जो हम इतिहास पढ़ते हैं तो हमें सुनने में मिलता है कि जब जंग हुआ करती थी तो बिगल बजाया करते थे, या फिर कोई बहुत बड़ा कोई राजा महाराजा आया करता था, कोई योद्धा आया करता था, तो उसके सम्मान में ये बिगल बजा करती थी, जो आज भी अभी ऑफिसर्स ने हाथ में पकड़ी हुई है। तो इसके बारे में सर थोड़ा सा बताइए, जो आपकी जो चली आ रही है, जो CRPF में भी है, इसके बारे में थोड़ा सा प्लीज़ बताइए। ये परंपरा जो बिगुल की है ये सारी फोर्सेस के अंदर होती है, और ये अलग अलग अवसरों पर बजाई जाती है जी। अभी जैसे आज यहाँ पे आया है तो उनके सम्मान में ये बिगुल बजाया गया है। ठीक है। और जो भी बड़े अधिकारी होते हैं या कोई ओकेजन विशेष होता है, युद्ध का समय होता है, शांति का समय होता है, विभिन्न प्रकार के कार्यक्रम होते हैं, राष्ट्रीय कार्यक्रम होते हैं, सांस्कृतिक कार्यक्रम होते हैं, तो हर एक समय पर इनका बिगुल का अलग अलग बजने का होता है जी। नॉर्मल डेज में ये नहीं बजती है? नहीं, नॉर्मल डेज में नहीं बजती है, रूटीन में ये विशेष अवसरों पे बजाई जाती है। जैसे आज पालकी जी यहाँ आई है तो उनके सम्मान में ये बजाया गया है। सर एक ना कलगी भी लगाई हुई थी ऑफिसर्स ने टोपियों में, बड़ी सुंदर लगती है वो, धूप में तो और सुंदर चमकती है वो, उसके बारे में सर प्लीज़ थोड़ा सा बताएं। जो आपकी जो ड्रेस है, मैं बात कर रहा था कि वैसे तो आर्मी पूरे दुनिया में होती है अलग अलग देशों की, लेकिन जो इंडिया की आर्मी है, जो हमारी ड्रेस भी है, जैसे सिंह हैं वो भी कलगियाँ लगी होती हैं उनके, या मैं ऑफिसर्स के देख रहा हूँ, इनको मैं पता नहीं क्या बोलते हैं, उनको जो ऊपर लगा होता है बड़ा सुंदर लगता है, क्या बोलते हैं सर आप इसको? पटका ही है। अच्छा। ड्रेस का पार्ट होता है। अच्छा। और ड्रेस और यूनिफॉर्म फोर्सेस का एक बहुत अहम गहना होता है एक जी, तरीके से। जी। वो अलग अलग अवसरों के लिए अलग अलग होते हैं जी। जैसे आप PT के समय है तो कोई और ड्रेस होता है, युद्ध के समय है तो कोई और ड्रेस होता है, विशेष अवसर है कोई तो उसमें दूसरा ड्रेस होता है, ये सम्मान के समय है या गार्ड का समय है तो उसमें ये विशेष ड्रेस पहना जाता है। सर कलगी को कैसे देखते हैं आप? कलगी तो किसी आर्मी में नहीं, दुनिया की ये इंडिया की ही आर्मी है, जिसको एक अगली कलगी बख्शिश में कहूँगा जो मिली हुई है। नहीं, ये एक मतलब एक तो सुंदर बनाता है और एक एहसास भी दिलाता है अपने में गर्व करने का, अपने बल के ऊपर, अपनी फोर्स के ऊपर गर्व करने का एक जरिया है। वो एक आपको प्रदान करता है कि आप इस तरह के यूनिफॉर्म जब धारण करते हैं तो आप गर्व महसूस करें, तो वो एक एडिशनल उसके ऊपर डेकोरेशन है जी। और सर थोड़ा सा आखिरी मेरा सवाल है, मैं वैसे ये मेरे जहन में काफ़ी देर से आ रहा था, क्योंकि हमें मैं सारे परिवार देख रहा था, जितने भी आपके CRPF के परिवार हैं उनके मेंबर्स भी यहाँ पे मौजूद थे। आप खुद अपनी, मैं देख रहा हूँ ऐसे ड्यूटी नहीं आए हुए यहाँ पे, एक श्रद्धा आपके मन में भी है। तो CRPF में अंदर का माहौल कैसा होता है कि जब भी कोई ओकेजन इस तरीके का होता है, तो जैसे हमारे तो जो इंडिया है, भारत है, उसमें तो विभिन्न प्रकार के रिलीजन हैं, तो सभ्यताएँ हैं, और मैं यहाँ पर देख रहा असम के भी यहाँ ऑफिसर्स आपके साथ ड्यूटी निभा रहे हैं, कोई पंजाब के हैं, कोई राजस्थान के हैं, तो ये जो सारा सुमेल हमें दिखाई देता है। और चंडीगढ़ में ये कह लो कि पूरा जो गुलदस्ता है ना, आप इकट्ठे रहते हैं, तो माहौल कैसा होता है? नहीं, देखिए CRPF जो है हमारा जो बल है उसको हम मिनी भारत भी कहते हैं। एक मतलब भारत के अंदर एक भारत। अच्छा। जिस प्रकार से भारत विभिन्न संस्कृतियों और राज्यों का प्रदेश है, अलग अलग भाषाएं बोली जाती हैं, अलग अलग संस्कृति है, अलग अलग विचार हैं, लेकिन सब मिलजुल के एक देश है भारत, उसके अंदर में सब रहते हैं। उसी प्रकार से CRPF एक बहुत विशेष बल है। इसमें
हर प्रदेश के हर स्थान के, चाहे सुदूर नॉर्थ ईस्ट हो, गुजरात हो, कन्याकुमारी हो, कश्मीर हो और पूरे भारत के अलग अलग राज्य हैं, हर राज्य से आपको इसमें सैनिक मिलेगा। तो ये एक बहुत अच्छी अनुभूति होती है अलग अलग संस्कृति को जानने की, उनके सांस्कृतिक कार्यक्रम क्या होते हैं, धार्मिक कार्यक्रम क्या होते हैं, वो भी जानने का एक अवसर रहता है। और बार बार ये जो कार्यक्रम होते हैं इससे एक अंदर से जो एक एनर्जी आती है जी, ऊर्जा का संचार होता है हमारे शरीर के अंदर, और अपने आप ही स्वतः ही एक होते हैं, एक रूटीन काम के बीच में एक इस तरह का धार्मिक कार्यक्रम होना, तो सब कोई बढ़ चढ़ के हिस्सा लेता है बहुत ही प्रेम के साथ में। सर जो अगर मैं सिख हिस्ट्री की बात करूं, मैं माफ़ी चाहूँगा, मैंने आखिरी सवाल कहा था लेकिन मैं दोबारा पूछ रहा हूं, मेरे जहन में आ रहा था। सर प्लीज़ अगर थोड़ा सा, क्योंकि आप ज़रूर पढ़ते भी होंगे, हाँ सिख ऑफिसर्स आपके साथ काम करते हैं, तो जो सिख हिस्ट्री है, जो सिख गुरुस ने जो किया है, जो हमारा जैसे नारा भी होता है जब हम भी जब प्रेयर करते हैं तो यही बोलते हैं कि नानक नाम चढ़दी कला तेरे पाने सर्बत दा भला, तो उस चीज़ को आप कैसे देखते हैं? देखिए स्लोगन्स, नारा तो आप में एकदम जो काम आप कर रहे हैं उसमें ऊर्जा आपके अंदर आती है। जब आप नारा लगाते हैं तो बहुत बहादुरी के साथ आप उस काम को करते हैं, बढ़ते हैं जी, पूरा इन्वॉल्व होते हैं। मैं तो सॉरी मैं आप करूँगा, मैंने राजराज सिंह जी की वो देख रहा था, मैं एक वीडियो आपने भी देखी होगी, वो आर्मी ऑफिसर्स को कहते हैं कि जयकारा लगा के दिखाओ, तो एकदम जो जयकारा लगाते हैं तो उससे जोश आ जाता है। सर तो आप भी अपने उसमें महसूस करते हैं कि वाइब्रेशंस भी होती हैं? तो हमारा भी अपना है सीआरपीएफ का, जैसे सीआरपीएफ सदा जय भारत माता की जय, ये हमारा नारा है। तो इससे बहुत ऊर्जा का संचार होता है। फिर जय हिंद है, तो हमारा जो पूरे सीआरपीएफ में जो सबसे मेन हमारा नारा है वो सीआरपीएफ सदा अजय भारत माता की जय। इसको जब बोला जाता है तो आपके अंदर एकदम देश के लिए काम करने की शक्ति आती है आपके अंदर। और जहाँ तक आप रहे इतिहास की बात या सिख इतिहास की बात करें, भारत के लिए जो सेक्रीफाइस किया है उसको हम कहेंगे प्रदेश के लिए, देश के लिए उन्होंने जो प्राणों की न्यौछावर किया है। जैसे आज भी जो पालकी जी आई है वो भी राष्ट्र के लिए ही कार्य कर रहे थे, अपने धर्म के लिए और राष्ट्र के लिए काम कर रहे थे। तो उन्होंने अपनी आहुति दी, लेकिन उन्होंने जो आक्रांता थे उनके बातों को माना नहीं, उनके सामने झुके नहीं और अपना बल दिखाया, यहाँ तक कि अपना जीवन न्यौछावर कर दिया। तो इससे बहुत प्रेरणा आती है। तो ये जितने भी हमारे गुरु हुए हैं सिखों में, तो उनसे हमेशा हमें प्रेरणा ही मिलती है और उनके विभिन्न कार्यक्रम भी हम यहाँ पे करते रहते हैं। जी, हमसे बात करने के लिए सर बहुत बहुत धन्यवाद, आप अपना कीमती समय देने के लिए। और हम दुआ करते हैं, अरदास करते हैं आप इसी तरीके से, जिस तरीके से आप बिल्कुल एकदम कड़क अंदाज में खड़े हुए हैं और बात कर रहे हैं, हमें गर्व भी महसूस होता है। सारे ही आपके चेहरे सबके चमक रहे हैं। इसी तरीके से आपके ताउम्र भगवान पंजाबी च कहते होंगे रहमत बना के रखे तुहाडे दे उत्ते। थैंक यू सो मच सर। सो तस्वीरें इस वक्त तुहानूं विखा रहे हैं। थोड़ा जिहा गया जो इत्थे सिंह साहब भी मौजूद ने। सर थोड़ा जिहा ना इधर आपां इत्थे आइए। पहला ना एंट्री जिहड़ी सीगी, क्योंकि CRPF की बड़ी सिक्योरिटी सख्त है और होनी भी चाहिए है, तो जिहड़ी गुरु महाराज जी की सवारी बाहर तो बाहर निकल जाया करती सी। सो इत्थे ऑफिसर्स नूं लग्या कि गुरु महाराज तां राजिਆਂ ਦੇ राजे ने, तो इन्हां दी जिहड़ी सवारी है ये साडे जदों CRPF कैंप दे विच आएगी ਤਾਂ ਇਹ ਸਾਡਾ ਹੋਰ ਵੀ ਸੁਭਾਗ ਮਹਿਸੂਸ ਹੋਏਗਾ। ਤੁਸੀਂ ਸਰ ਪਲੀਜ਼ ਤੁਸੀਂ ਦੱਸੋ ਕਿ ਜਿਹੜੀ ਹੁਣ ਸਵਾਰੀ ਅੰਦਰ ਵੀ ਆਉਣ ਲੱਗ ਗਈ ਹੈ ਤੇ ਪੂਰੀ ਮੈਂ ਦੇਖਦਾ ਤਿਆਰ ਤੁਸੀਂ ਸਾਰੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੁੰਦੇ ਹੋ। ਬਿਲਕੁਲ, ਇਹ ਮੈਂ ਤੁਹਾਨੂੰ ਦੱਸਿਆ ਸੀਗਾ ਤੀਜੀ ਸ਼ੀਰਸ਼ ਮਾਰਗ ਯਾਤਰਾ ਹੈ ਸਾਡੇ ਕੈਂਪ ਦੇ ਵਿੱਚੋਂ ਹੁੰਦੀ ਹੈ। ਪਹਿਲੀ ਸ਼ੀਰਸ਼ ਮਾਰਗ ਯਾਤਰਾ 'ਚ ਅਸੀਂ ਬਾਬਾ ਜੀ ਦੇ ਨਾਲ ਸੰਪਰਕ 'ਚ ਆਏ, ਬਾਬਾ ਜੀ ਮਨਜੀਤ ਸਿੰਘ ਉਹਨਾਂ ਨਾਲ। ਉਹਨਾਂ ਨੇ ਸਾਨੂੰ ਕਿਹਾ ਵੀ ਇਸ ਤਰ੍ਹਾਂ ਚੱਲਦੇ ਹੈ, ਤੇ ਅੱਗੇ ਹੁੰਦੀ ਸੀ ਕਿ ਸੜਕ ਦੇ ਉੱਤੋਂ ਹੀ ਚਲੇ ਜਾਂਦਾ ਸੀ, ਤੇ ਥੋੜ੍ਹੀ ਦੇਰ ਵਾਸਤੇ ਰੋਕ ਕੇ ਤੇ ਇੱਥੇ ਦਰਸ਼ਨ ਕਰਦੇ ਹੁੰਦੇ ਸੀ ਹਲੋ ਮਾਜਰਾ ਦੇ ਲੋਕ ਵੀ, ਸਾਡੀ ਵੀ ਕੈਂਪ ਦੀ ਸੰਗਤ। ਤੇ ਅਸੀਂ ਬੇਨਤੀ ਕੀਤੀ ਬਾਬਾ ਜੀ ਜੇ ਇਹਨੂੰ ਇਸ ਯਾਤਰਾ ਨੂੰ ਅਸੀਂ ਇੱਕ ਗੇਟ ਤੋਂ ਲਿਆ ਕੇ ਅੰਦਰ ਤੇ ਅਸੀਂ ਇੱਥੇ ਥੋੜ੍ਹੀ ਦੇਰ ਵਾਸਤੇ ਲੰਗਰ ਵੀ ਲਾ ਸਕਦੇ, ਆਰਾਮ ਦੇ ਨਾਲ ਸਾਰੀ ਸੰਗਤ ਜਿਹੜੀ ਹੈ ਉਹ ਸੇਵਾ ਕਰ ਸਕਦੀ ਹੈ, ਹਰ ਕੋਈ ਕਰ ਸਕਦੀ ਹੈ। ਉਹ ਸਭ ਕੁਝ ਦੇਖਦਿਆਂ ਹੋਏ ਬਾਬਾ ਜੀ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਤੇ ਉਹ ਫਿਰ ਇਹ ਹੋ ਗਿਆ। ਫਿਰ ਹੁਣ ਇੱਕ ਪੱਕੇ ਤੌਰ 'ਤੇ ਇਹ ਬਣ ਗਿਆ ਹੈ। ਹਾਲਾਂਕਿ ਮੈਂ ਰਿਟਾਇਰਡ ਹੋ ਗਿਆ ਹੁਣ, ਮੈਂ ਲੇਕਿਨ ਉਹ ਇੰਸ਼ੋਰ ਕਰੀਦਾ ਹੈ ਵੀ ਇਸ ਤਰ੍ਹਾਂ ਹੀ ਗੁਰੂ ਮਹਾਰਾਜ ਨੂੰ ਸਤਿਕਾਰ ਤੇ ਉਹ ਸਭ ਕੁਝ ਮਿਲਦਾ ਰਹੇ। ਕੀ ਬਾਤ ਹੈ। ਸਿੰਘ ਸਾਹਿਬ ਨੂੰ ਵੀ ਅਸੀਂ ਪਿਛਲੇ ਵਾਰ ਵੀ ਮਿਲੇ ਸੀਗੇ, ਹਰ ਵਾਰ ਜਦੋਂ ਸਿੰਘ ਸਾਹਿਬ ਵੀ ਜਦੋਂ ਇਹ ਸਾਰਿਆਂ ਦੇ ਸਹਿਯੋਗ ਹੈ, ਕਰਮਜੀਤ ਹੈ, ਹੋਰ ਵੀ ਇੱਥੇ ਕੁਲਵਿੰਦਰ ਹੈ, ਹੋਰ ਜਿਹੜੇ ਹੈਗੇ ਆ ਗੁਰੂ ਘਰ ਦੇ ਨਾਲ ਜੁੜੇ ਹੋਏ ਆ ਉਹ ਤਾਂ ਹੈ ਹੀ ਹੈ। ਬਾਕੀ ਸਾਰੇ
DIG IG ਜਿਹੜੇ ਵੀ ਇੱਥੇ ਹੈਗੇ ਸਾਰਿਆਂ ਦਾ ਸਹਿਯੋਗ ਮਿਲਦਾ, ਸਾਰੇ ਵੱਧ ਚੜ ਕੇ ਹਿੱਸਾ ਲੈਂਦੇ ਇਸ ਜੀ ਸੇਵਾ ਦੇ। ਔਰ ਇਸ ਗੱਲ ਨੂੰ ਇਨਸ਼ੋਰ ਕਰਨ ਦੇ ਲਈ ਬੇਸ਼ੱਕ ਰਿਟਾਇਰ ਹੋ ਚੁੱਕੇ ਨੇ ਫਿਰ ਵੀ ਸ਼ਮੂਲੀਅਤ ਕਰਦੇ ਆ ਆਉਂਦੇ ਆ। ਤੁਹਾਡੀ ਪ੍ਰੇਮ ਨੂੰ, ਤੁਹਾਡੇ ਪਿਆਰ ਨੂੰ, ਤੁਹਾਡੀ ਸ਼ਰਧਾ ਨੂੰ ਸਾਡਾ ਸਜਦਾ ਸਰ। ਤੇ ਸਰ ਮੈਂ ਨਾ ਗੱਲਬਾਤ ਕਰ ਰਿਹਾ ਸੀਗਾ, ਗੁਰੂ ਮਹਾਰਾਜ ਨੇ ਸਾਨੂੰ ਕਲਗੀ ਬਖਸ਼ੀ ਹੈ ਤੇ ਇੱਧਰ ਵੀ ਆਫੀਸਰਸ ਨੇ ਬੇਸ਼ੱਕ ਉਹ ਕਿਸੇ ਹੋਰ ਰਿਲੀਜਨ ਦੇ ਨੇ, ਉਹਨਾਂ ਨੇ ਟੋਪੀ ਪਾਈ ਹੁੰਦੀ ਹੈ ਲੇਕਿਨ ਕਲਗੀਆਂ ਉਹਨਾਂ ਨੇ ਵੀ ਲਾਈਆਂ ਹੁੰਦੀਆਂ ਨੇ। ਇੱਧਰ ਵੀ ਮੈਂ ਵੇਖ ਰਿਹਾ ਬੜੀ ਵੱਖਰੀ ਸ਼ਾਨ ਹੈ ਹੈ ਤੇ ਇਹਦੇ ਬਾਰੇ ਸਰ ਤੁਸੀਂ ਦੱਸੋ ਜ਼ਰੂਰ ਕਿ ਅਸੀਂ ਹਮੇਸ਼ਾ ਦੇਖਦੇ ਹਾਂ ਬੜੀ ਕੜਕ ਅੰਦਾਜ਼ ਦੇ ਵਿੱਚ ਹੁਣ ਸਲਾਮੀ ਅਸੀਂ ਕੈਪਚਰ ਵੀ ਕਰਨੀ ਹੈ ਤੇ ਪੂਰੇ ਤਿਆਰ ਖੜੇ ਨੇ ਤੇ ਜਦੋਂ ਗੁਰੂ ਮਹਾਰਾਜ ਜੀ ਦੀ ਸਵਾਰੀ ਜਿਹੜੀ ਆ ਸੰਗਤਾਂ ਨੇ ਲੰਗਰ ਛਕ ਲੈਣਾ, ਤਿਆਰ ਹੋ ਜਾਣੀ ਹੈ, ਦੁਬਾਰਾ ਸਲਾਮੀ ਦਿੱਤੀ ਜਾਣੀ ਹੈ। ਬਿਲਕੁਲ ਜੀ, ਇਹ ਬਿਲਕੁਲ ਇਹ ਜੀ ਸਾਡਾ ਇੱਕ ਸੈਰੀਮੋਨੀਅਲ ਡਰੈਸ ਇਹਨੂੰ ਕਹਿੰਦੇ ਆ, ਵਿਸ਼ੇਸ਼ ਤੌਰ ਦੇ ਉੱਤੇ ਪਾਈ ਜਾਂਦੀ ਹੈ ਤੇ ਇਹ ਰਿਸਪੈਕਟ ਜਿਹੜੀ ਹੁੰਦੀ ਹੈ ਉਹ ਕੋਈ ਆਦਰ ਜਿਹੜਾ ਹੁੰਦਾ ਨਾ, ਇੱਕ ਰਿਸਪੈਕਟ ਹੁੰਦਾ ਹੈ ਉਹਨਾਂ ਨੂੰ ਦਿੱਤੀ ਜਾਂਦੀ ਹੈ ਜੋ VIP ਜਾਂ ਮਾਨਨੀ ਹੁੰਦੇ ਆ। ਤੇ ਗੁਰੂ ਗ੍ਰੰਥ ਸਾਹਿਬ ਤਾਂ ਸਾਡੇ ਤੋਂ ਵੱਧ ਕੇ ਸਾਡੇ ਵਾਸਤੇ ਕੋਈ ਚੀਜ਼ ਨਹੀਂ ਹੈਗੀ। ਬਿਲਕੁਲ। ਤੋਂ ਅਸੀਂ ਇਹਨਾਂ ਨੂੰ ਨਮਨ ਕਰਦੇ ਆ, ਇਹਨਾਂ ਨੂੰ ਸਲਾਮੀ ਦਿੰਦੇ ਆ ਇਸ ਚੀਜ਼ ਦੇ ਉੱਤੇ ਹੀ। ਤੇ ਛੋਟਾ ਜਿਹਾ ਉਪਰਾਲਾ ਹੈ ਸਾਡੇ ਵੱਲੋਂ, ਬਾਕੀ ਤਾਂ ਕੀ ਕਹਿ ਸਕਦੇ ਆ, ਹਿਰਦਿਆਂ ਦੇ ਵਿੱਚ ਪਿਆਰ ਹੋਣਾ ਚਾਹੀਦਾ, ਹਿਰਦਿਆਂ ਦੇ ਵਿੱਚ ਸਾਡੀ ਸਤਿਕਾਰ ਹੋਣਾ ਚਾਹੀਦਾ। ਉਹਦੇ ਵਰਗੀ ਕੋਈ ਰੀਸ ਨਹੀਂ ਹੈਗੀ ਜੀ। ਮੈਂ ਦਿਲ ਤੋਂ ਦੁਆਵਾਂ ਦਿੰਦਾ ਜੀ ਤੁਹਾਨੂੰ, ਅਰਦਾਸ ਹੈ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਜਦੋਂ ਤੱਕ ਤੁਹਾਡੇ ਵਰਗੇ ਆਫੀਸਰਸ ਹੈਗੇ ਨੇ ਤੇ ਸਿੱਖਾਂ ਦੇ ਬੱਚਿਆਂ ਨੂੰ ਵੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ, ਕਿਉਂਕਿ ਜਦੋਂ ਵੱਡੀ ਕੁਰਸੀ ਦੇ ਉੱਤੇ ਕੋਈ ਸਿੱਖ ਬੈਠਾ ਹੋਏਗਾ ਜਿਹਦੇ ਮਨ ਦੇ ਵਿੱਚ ਦਿਆਲਤਾ ਹੋਏਗੀ ਤਾਂ ਅੱਗੇ ਜਿਹੜੀ ਨਵੀਂ ਪਨੀਰੀ ਹੈ, ਕਿਉਂਕਿ ਕਹਿੰਦੇ ਨੇ ਵੀ ਜੇ ਰਾਜਾ ਨਿਆਏ ਪਸੰਦ ਰਾਜਾ ਹੋਏਗਾ ਤੇ ਪ੍ਰਜਾ ਵੀ ਸੁਖੀ ਰਹਿੰਦੀ ਹੈ। ਤੇ ਵਾਹਿਗੁਰੂ ਤੁਹਾਨੂੰ ਇਦਾਂ ਹੀ ਰਾਜ ਗੱਦੀਆਂ ਤੇ ਬਿਠਾ ਕੇ ਰੱਖੇ ਵੱਡੇ ਆਫੀਸਰਸ ਦੇ। ਬਹੁਤ ਤੁਹਾਡਾ ਵੀ ਬਹੁਤ ਧੰਨਵਾਦ ਜੀ, ਤੁਸੀਂ ਇਹ ਕਵਰੇਜ ਕਰਦੇ ਹੋ ਅੱਛੀ ਤਰ੍ਹਾਂ, ਸਾਰਿਆਂ ਲੋਕਾਂ ਤੱਕ ਪਹੁੰਚਾਉਂਦੇ, ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, वाहिगुरु जी की फतेह। सो ऑफिसर्स ने जड़े हूँ बिल्कुल तैयार, तो थोड़ा सा बताएं सर आपकी किस तरीके की तैयारी होती है? सर बताएंगे जी, सर तुम दस दो प्लीज़ ਸਿੰਘ ਸਾਹਿਬ। ਸਰ ਤਿਆਰੀ ਤਾਂ ਕਰਨੀ ਪੈਂਦੀ ਹੈ ਜੀ, ਮਤਲਬ ਕੋਈ ਵੀ ਫੰਕਸ਼ਨ ਹੈ ਜਾਂ ਕੋਈ ਵੀ ਪ੍ਰੋਗਰਾਮ ਹੈ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼ਹੀਦੀ ਦਿਵਸ ਦਿਹਾੜਾ ਜੀ, ਤਾਂ ਤਿਆਰੀ ਬਹੁਤ ਕੀਤੀ ਜੀ ਸਾਰਿਆਂ ਨੇ, ਕਾਫੀ ਦਿਨ ਹੋ ਗਏ ਪ੍ਰੈਕਟਿਸ ਕਰਦੇ। ਠੀਕ ਹੈ। ਹਾਂਜੀ ਸਰ ਇਹਨਾਂ ਨੂੰ ਤੁਸੀਂ ਕੋਈ ਵਰਡ ਹੈਗਾ ਜੀ ਜਿਹੜੀ ਯੂਜ਼ ਕਰਦੇ ਆ ਤੁਸੀਂ, ਇਹ ਜਿਹੜਾ ਉੱਤੇ ਲਾਇਆ ਹੁੰਦਾ ਕੁਝ ਕਹਿੰਦੇ ਇਹਨੂੰ? ਇਹ ਤਾਂ ਜੀ ਮੰਨ ਲਓ ਵੀ ਪੱਗ ਹੀ ਬਣੀ ਤਨੀ ਜੀ, ਪਗੜੀ ਦਾ ਹੀ ਹਿੱਸਾ ਹੁੰਦਾ, ਪਗੜੀ ਦਾ ਹਿੱਸਾ ਜੀ। ਬਾਕੀ ਜਿਵੇਂ ਮੰਨ ਲਓ ਵੈਸੇ ਤਾਂ ਤੁਰਲਾ ਕਹਿੰਦੇ ਆ ਪੰਜਾਬੀ ਭਾਸ਼ਾ ਦੇ ਵਿੱਚ, ਵੈਸੇ ਪੰਜਾਬੀ ਚ ਕਹਿੰਦਾ ਕੋਲਾ ਵੀ ਕਹਿ ਦਿੰਦੇ ਆ ਜੀ। ਠੀਕ ਹੈ, ਹਾਂਜੀ ਠੀਕ ਹੈ। ਚਲੋ ਵਾਹਿਗुरु सच्चे पातशाह ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ। बहुत खूबसूरत लगते हैं सर ਤੁਸੀਂ। सर कैसा लगता है सर आपको जब ये पहनते हैं पगड़ी आप? बढ़िया लगता है सर, बढ़िया लगता है। ਇਹ ਅਰਦਾਸ ਕਰਦੇ ਸੀ ਸਦਾ ਚੜ੍ਹਦੀ ਕਲਾ 'ਚ ਰਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ, ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ। ਤੇਗ ਬਹਾਦਰ ਸ੍ਰਿਸ਼ਟੀ ਦੀ ਚਾਦਰ, 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 ਤੇਗ ਬਹਾਦਰ ਸ੍ਰਿਸ਼ਟੀ ਦੀ ਚਾਦਰ। ਸੋ ਸਰਪਾਉ ਦੀ ਬਖਸ਼ਿਸ਼ ਕੀਤੀ ਜਾ ਰਹੀ ਹੈ ਇਸ ਵਕਤ ਪਰਿਵਾਰਾਂ ਨੂੰ ਵੀ, ਆਫੀਸਰਸ ਦੇ, ਕਿਉਂਕਿ ਆਫੀਸਰਸ ਜਿਸ ਤਰੀਕੇ ਨਾਲ ਪੂਰੀ ਸ਼ਰਧਾ ਦੇ ਨਾਲ ਹੀ ਤੁਸੀਂ ਖੁਦ ਜਿਹੜੇ ਆਫੀਸਰ ਨੇ ਉਹ ਸੇਵਾ ਕਰਨ ਦੇ ਵਿੱਚ ਲੱਗੇ ਹੋਏ ਦੇਖੋ। ਸੋ ਇਦਾਂ ਇਹ ਸਾਰੇ ਆਫੀਸਰ ਨੇ ਜਿਹੜੇ ਐਂ ਡੁੱਬ ਕੇ ਸੇਵਾ ਕਰਦੇ ਹੁੰਦੇ ਆ ਤੇ ਸਾਰਾ ਲੰਗਰ ਪਾਣੀ ਦਾ ਵੀ ਸੰਗਤ ਦਾ ਇੰਤਜ਼ਾਮ। ਤੇ ਉੱਧਰ ਦੇਖੋ ਆਫੀਸਰ ਉਹ ਚਾਹ ਵਰਤਾਉਣ ਲੱਗੇ ਹੋਏ ਆ ਤੇ ਪਿੱਛੇ ਪਕੌੜੇ ਵਰਤਾਉਣ ਲੱਗੇ ਹੋਏ ਆ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ। ਸਾਰੇ ਤੁਸੀਂ ਆਪ ਸੇਵਾ ਲੱਗੇ ਹੁੰਦੇ ਆ ਸਾਰੇ? ਹਾਂਜੀ ਬਿਲਕੁਲ ਜੀ, ਆਪਾਂ ਸਾਰਿਆਂ ਨੇ ਅੱਜ ਸੇਵਾ ਦਾ ਕੀਤਾ ਜੀ। ਸੇਵਾ ਵਧੀਆ, ਸਾਨੂੰ ਅੱਛਾ ਲੱਗਿਆ ਕਿ ਤੁਸੀਂ ਆਏ ਇੱਥੇ, ਬਹੁਤ ਵਧੀਆ ਲੱਗਿਆ। ਵਾਹਿਗੁਰੂ ਮਿਹਰ ਕਰੇ। ਠੀਕ ਹੈ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦੇਖੋ ਸਾਡੇ ਆਫੀਸਰ ਆਪ ਵੀ ਸੰਗਤ ਦੀ ਸੇਵਾ ਹੱਥੀਂ ਕਰਨੀ ਹੈ, ਆਪ ਹੱਥੀਂ ਸੇਵਾ ਕਰਦੇ ਹੁੰਦੇ ਆ ਤੇ ਇੱਧਰ ਫੁੱਲ ਵਰਸਾਏ ਜਾ ਰਹੇ ਆ। ਵੈਸੇ ਸਿਵਿਲੀਅਨਸ ਦੀ ਇੱਥੇ ਐਂਟਰੀ ਨਹੀਂ ਹੁੰਦੀ, ਲੇਕਿਨ ਸੰਗਤ ਦੇ ਲਈ ਦਿਲ ਖੋਲ ਕੇ ਸਵਾਗਤ ਕੀਤਾ ਜਾਂਦਾ ਹੈ CRPF ਆਫੀਸਰਸ ਵੱਲੋਂ ਕਿ ਗੁਰੂ ਮਹਾਰਾਜ ਦੀ ਸਵਾਰੀ ਆ ਰਹੀ ਹੈ ਜੋ ਰਾਜਿਆਂ ਦੇ ਰਾਜੇ ਹਨ। ਕਹਿੰਦੇ ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈ ਹੈ। ਸੋ ਇਸ ਵਕਤ ਤਸਵੀਰਾਂ ਆਪ ਜੀ ਵੇਖ ਰਹੇ ਹੋ CRPF ਕੈਂਪ ਦੀਆਂ ਕਿ ਕਿਵੇਂ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਇਸ ਵਕਤ ਡਿਊਟੀ ਵੀ ਨਿਭਾ ਰਹੇ ਨੇ CRPF ਅਫੀਸਰ। ਔਰ ਗੁਰੂ ਮਹਾਰਾਜ ਜੀ ਦੇ ਉੱਧਰ ਜਿਹੜੇ ਗੁਰੂ ਮਹਾਰਾਜ ਜੀ ਦੀ ਫੌਜ ਹੈ, ਉੱਧਰ ਨੀਲੀ ਫੌਜ ਖੜੀ ਹੈ। ਗੁਰੂ ਮਹਾਰਾਜ ਜੀ ਦੀ ਹੱਥਾਂ ਦੇ ਵਿੱਚ ਕਿਰਪਾਨਾਂ, ਗੁਰੂ ਕਾ ਖਾਲਸਾ, ਪੰਜ ਪਿਆਰੇ ਸਾਹਿਬਾਨ ਜਿਨ੍ਹਾਂ ਬਾਬਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਖਦੇ ਹਨ ਕਿ ਇਹ ਮੇਰਾ ਹੀ ਖਾਸ ਰੂਪ ਹਨ। ਉਹ ਇਸ ਸੀਸ ਮਾਰਗ ਯਾਤਰਾ ਦੀ
ਅਗਵਾਈ ਕਰਦੇ ਹੋਏ ਔਰ ਪਿੱਛੇ ਪਾਲਕੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ, ਜੋ ਰਾਜਿਆਂ ਦੇ ਰਾਜੇ ਹਨ, ਜਿਨ੍ਹਾਂ ਨੇ ਇਸ ਦੇਸ਼ ਦੀ ਸੱਭਿਅਤਾ ਨੂੰ, ਇਸ ਦੇਸ਼ ਦੇ ਧਰਮਾਂ ਨੂੰ ਬਚਾਇਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ CRPF ਦੇ ਸਾਰੇ ਹੀ ਇੱਥੋਂ ਦੇ ਪਰਿਵਾਰ ਨਾਲ ਚੱਲਦੇ ਹੋਏ ਔਰ ਆਪਣੀ ਸ਼ਰਧਾ ਦੇ, ਆਪਣੀ ਅਕੀਦਤ ਦੇ ਫੁੱਲ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਭੇਟ ਕਰਦੇ ਹੋਏ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਉਧਰ ਸਕੂਲ ਦੇ ਬੱਚੇ ਵੀ ਇਸ ਵਕਤ school for Mount Carmel School.